ਅੱਜ ਅਸੀਂ ਅਰਬ ਤੇ ਈਰਾਨ ਫਲਸਫੀ ਜਾਂ ਮੁਸਲਮਾਨ ਫਲਸਫਾਦਾਨ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਦੇ ਤੇ ਇਹ ਦੂਜੀ ਕਿਸ਼ਤ ਕਰ ਰਹੇ ਹਾਂ। ਤੇ ਅੱਜ ਅਸੀਂ ਸਭ ਤੋਂ ਪਹਿਲੇ ਅਬੀਸੀਨਾ ਤੇ ਗੱਲ ਕਰਾਂਗੇ, ਜਿਹੜਾ ਕਿ 980 ਵਿੱਚ ਪੈਦਾ ਹੋਇਆ ਤੇ ਕੋਈ 1037 ਵਿੱਚ ਮਰ ਗਿਆ, ਮਤਲਬ 10ਵੀਂ ਤੇ 11ਵੀਂ ਸਦੀ ਦਾ ਸੀਗਾ। ਅਬੀਸੀਨਾ ਜਿਹੜਾ ਇਹਨੂੰ ਸਾਡੇ ਆਮ ਤੌਰ ਤੇ ਬੂ ਅਲੀ ਸੀਨਾ ਕਿਹਾ ਜਾਂਦਾ ਹੈ। ਤੇ ਸਾਡੇ ਹਕੀਮਾਂ ਦੀ ਜਿਹੜੀ ਮਹਿਫਲਾਂ ਹੁੰਦੀਆਂ ਨੇ ਜਾਂ ਹਕੀਮਾਂ ਦੇ ਜਿਹੜਾ ਕਹਿਣਾ ਹੈ ਉਹਦੇ ਵਿੱਚ ਬੜਾ ਕਿਹਾ ਜਾਂਦਾ ਹੈ ਕਿ ਤੂੰ ਕਿਹੜਾ ਬੂ ਅਲੀ ਸੀਨਾ ਹੈ ਬਈ। ਤੇ ਇਹ ਬੜਾ ਜਿਹੜਾ ਹੈ ਨਾ, ਇਹਦਾ ਬੜਾ ਵੱਡਾ ਮੁਕਾਮ ਹਿਕਮਤ ਦੇ ਵਿੱਚ ਯਾਨੀ ਤਿੱਬ ਦੇ ਵਿੱਚ ਮੰਨਿਆ ਜਾਂਦਾ ਹੈ। ਤੇ ਇਹਨੂੰ ਲਹਿੰਦੇ ਦੇ ਵਿੱਚ ਜਿਹੜਾ ਇਹਦਾ ਨਾਮ ਮਸ਼ਹੂਰ ਹੈ ਅਵੀਸੀਨਾ ਹੈ। ਅਵੀਸੀਨਾ AVICENNA। ਅੱਛਾ, ਇਹ ਵੀ ਫਾਰਸੀ ਬੋਲਣ ਵਾਲਾ ਸੀ ਤੇ ਇਹਨੂੰ ਹਿਕਮਤ ਤੇ ਫਲਕੀਆਤ ਦਾ ਮਾਹਰ ਮੰਨਿਆ ਜਾਂਦਾ ਹੈ। ਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਆਪਣੇ ਜ਼ਮਾਨੇ ਦਾ ਸਭ ਤੋਂ ਵੱਡਾ ਫਲਸਫੀ ਸੀ ਤੇ ਉਹਨੇ ਫਲਸਫੇ ਤੇ ਹਿਕਮਤ ਤੋਂ ਵੱਖ ਕੀਮੀਆ, ਜੁਗਰਾਫੀਆ, ਨਫਸੀਆਤ, ਇਸਲਾਮੀ ਮਜ਼ਹਬੀਆਤ, ਮੰਤਕ, ਰਿਆਜ਼ੀ, ਫਿਜ਼ਿਕਸ ਤੇ ਵੀ ਕਿਤਾਬਾਂ ਲਿਖੀਆਂ ਤੇ ਸ਼ਾਇਰੀ ਵੀ ਕਰਦਾ ਸੀ। ਇਹ ਅਬੀਸੀਨਾ ਜਿਹੜਾ ਹੈ ਇਹ ਅਫਸ਼ਾ ਨਾਂ ਦੇ ਪਿੰਡ ਵਿੱਚ ਜੰਮਿਆ ਸੀ, ਜਿਹੜਾ ਉਜ਼ਬਕਿਸਤਾਨ ਦੇ ਸ਼ਹਿਰ ਬੁਖਾਰਾ ਦੇ ਕੋਲ ਹੈ। ਉਸ ਦੀ ਮਾਂ ਦਾ ਨਾਂ ਸਤਾਰਾ ਸੀ ਤੇ ਉਹਦਾ ਪਿਓ ਅਬਦੁੱਲਾ ਬਲਖ ਤੋਂ ਸੀ, ਜਿਹੜਾ ਕਿ ਮਜ਼ਹਬ ਤਬਦੀਲੀ ਕਰਕੇ ਤੇ ਮੁਸਲਮਾਨ ਹੋਇਆ ਸੀ। ਤੇ ਅਬੀਸੀਨਾ ਨੇ 10 ਸਾਲਾਂ ਦੀ ਉਮਰ ਦੇ ਵਿੱਚ ਕੁਰਾਨ ਹਿਫਜ਼ ਕਰ ਲਿਆ ਸੀ। ਲੇਕਿਨ ਇਹ ਬੜੀ ਦਿਲਚਸਪ ਗੱਲ ਹੈ ਕਿ ਉਹਨੇ ਜਿਹੜੀ ਰਿਆਜ਼ੀ ਹੈ, ਹਿੰਦੀ ਰਿਆਜ਼ੀ ਯਾਨੀ ਇੰਡੀਅਨ ਮੈਥਮੈਟਿਕਸ ਜਿਹੜੀ ਹੈ ਜਾਂ ਅਰਥਮੈਟਿਕਸ ਜਿਹੜੀ ਹੈ, ਉਹ ਇੱਕ ਸਬਜ਼ੀ ਵਾਲੇ ਕੋਲੋਂ ਸਿੱਖੀ ਸੀ। ਕੋਈ ਜਿਹੜਾ ਸਬਜ਼ੀ ਉੱਥੇ ਵੇਚਦਾ ਸੀ, ਜਿਹੜਾ ਹਿੰਦੁਸਤਾਨ ਦਾ ਸੀ, ਉਹਦੇ ਕੋਲੋਂ ਸਿੱਖੀ ਸੀ। ਅੱਛਾ, ਕੁਝ ਤਾਰੀਖਦਾਨਾਂ ਦਾ ਕਹਿਣਾ ਹੈ ਕਿ ਉਹ ਹਨਫੀ ਸੁੰਨੀ ਸੀ, ਪਰ ਬਹੁਤੇ ਇਹ ਕਹਿੰਦੇ ਹਨ ਜੋ ਉਹ 12 ਇਮਾਮਾਂ ਨੂੰ ਮੰਨਣ ਵਾਲਾ ਸ਼ੀਆ ਸੀ ਜਾਂ ਇਸਮਾਈਲੀ ਸੀ। ਇਸੇ ਲਈ ਕਿਹਾ ਜਾਂਦਾ ਹੈ ਕਿ ਜਦੋਂ ਮਹਮੂਦ ਗਜ਼ਨਵੀ ਨੇ ਉਹਨੂੰ ਆਪਣੇ ਦਰਬਾਰ ਵਿੱਚ ਸੱਦਿਆ ਤੇ ਉਹਨੇ ਇਸਮਾਈਲੀ ਹੋਣ ਦੀ ਵਜ੍ਹਾ ਤੋਂ ਉਹਦੇ ਦਰਬਾਰ ਜਾਣ ਤੋਂ ਇਨਕਾਰ ਕਰ ਦਿੱਤਾ। ਅੱਛਾ, ਜਿਹੜਾ ਅਬੀਸੀਨਾ ਸੀ ਇਹਨੂੰ ਨਿੱਕੀ ਉਮਰ ਤੋਂ ਹੀ ਯੂਨਾਨੀ ਫਲਸਫਾ ਪੜ੍ਹਨ ਦਾ ਬਹੁਤ ਸ਼ੌਕ ਸੀ ਤੇ ਇਹਨੇ ਅਰਸਤੂ ਦੀ ਜਿਹੜੀ ਪੜ੍ਹਮਾਦੀਅਤ ਹੈ, ਮੈਟਾਫਿਜ਼ਿਕਸ ਜਿਹੜੀ ਹੈ ਅਰਸਤੂ ਦੀ, ਉਹ ਇੰਨੀ ਪੜ੍ਹੀ ਸੀ ਕਿ ਇਹਨੂੰ ਜ਼ਬਾਨੀ ਉਹਦੀਆਂ ਕਿਤਾਬਾਂ ਯਾਦ ਹੋ ਗਈਆਂ ਸਨ। ਲੇਕਿਨ ਇਹਨੂੰ ਜਿਹੜੀ ਬੁਨਿਆਦੀ ਘੁੰਡੀ ਨਹੀਂ ਸੀ ਸਮਝ ਆਉਂਦੀ ਕਿ ਬੁਨਿਆਦੀ ਤੌਰ ਤੇ ਅਰਸਤੂ ਕੀ ਕਹਿ ਰਿਹਾ। ਫਿਰ ਇਹਨੇ 3 ਦਿਨਾਰ ਦੇ ਕੇ ਤੇ ਅਲ ਫਾਰਾਬੀ ਦੀ ਕਿਤਾਬ ਅਰਸਤੂ ਤੇ ਪੜ੍ਹੀ ਤੇ ਇਹਨੂੰ ਸਮਝ ਆਈ। ਤੇ ਜਦੋਂ ਇਹਨੂੰ ਸਮਝ ਆਈ ਤੇ ਇਹਨੇ ਉਹਦੇ ਤੇ ਨਿਆਜ਼ ਵੰਡੀ, ਮਤਲਬ ਬਾਕਾਇਦਾ ਲੋਕਾਂ ਵਿੱਚ ਨਿਆਜ਼ ਵੰਡੀ। ਇਹ ਆਪਣਾ ਇਹਦੀ ਪਹਿਲੀ ਤਕਰਰੀ ਜਿਹੜੀ ਹੈ ਉਹ ਮੀਰ ਦੋਮ ਦੇ ਕੋਲ ਹੋਈ ਸੀ, ਜਿਸ ਨੂੰ ਇਹਨੇ ਮਰਗ ਦੇ ਮਰਜ਼ ਤੋਂ ਬਚਾਇਆ ਸੀਗਾ। ਤੇ ਇਹਨੂੰ ਉਹਦੇ ਬਦਲੇ ਦੇ ਵਿੱਚ ਸ਼ਾਹੀ ਲਾਇਬ੍ਰੇਰੀ ਇਸਤੇਮਾਲ ਕਰਨ ਦੀ ਇਜਾਜ਼ਤ ਮਿਲ ਗਈ ਸੀ। ਪਰ ਫਿਰ ਉਹ ਆਪਣਾ ਸ਼ਾਹੀ ਲਾਇਬ੍ਰੇਰੀ ਨੂੰ ਅੱਗ ਲੱਗ ਗਈ ਤੇ ਉਹਦਾ ਕਹਿੰਦੇ ਨੇ ਜੀ ਇਹ ਤੇ ਇਲਜ਼ਾਮ ਲੱਗਾ ਕਿ ਇਹਨੇ ਲਾਈ ਹੈ ਤੇ ਇਹਨੂੰ ਆਪਣਾ ਫਿਰ ਉੱਥੋਂ ਨੱਸਣਾ ਪਿਆ ਤੇ ਇਹਨੂੰ ਬੜੀ ਖੱਜਲ ਖੁਆਰੀ ਕਰਨੀ ਪਈ। ਅਖੀਰ ਤੇ ਉਹ ਤਹਿਰਾਨ ਸ਼ਹਿਰ ਦੇ ਲਾਗੇ ਇੱਕ ਰੇਹ ਨਾਂ ਦੀ ਥਾਂ ਸੀ ਜਿੱਥੇ ਉਹ ਟਿਕ ਗਿਆ। ਇਹ ਅਸਫਹਾਨ 'ਚ ਵੀ ਕੈਦੀ ਰਿਹਾ ਤੇ ਲੇਕਿਨ ਉੱਥੋਂ ਫਿਰ ਹਮਦਾਨ ਦੇ ਹੁਕਮਰਾਨ ਨੇ ਇਹਨੂੰ ਛਡਾਇਆ ਤੇ ਆਪਣਾ ਇਹ ਉਮਰ ਦੇ ਅਖੀਰੀ 10 ਸਾਲ ਜਿਹੜੇ ਨੇ ਉਹ ਤਬੀਬ ਰਿਹਾ ਤੇ ਬਿਮਾਰੀ ਨਾਲ ਮਰਿਆ ਤੇ ਇਹ ਹਮਦਾਨ ਦੇ ਵਿੱਚ ਹੀ ਇਹਦੀ ਅਖੀਰ ਹੋਈ।
अच्छा, अभी सीना ने मंतक ते अखलाकियात ते पढ़मादीत ते बहुत लिखिया है ते बहुतियां किताबां उन्हें लिखियां अरबी दे विच। पर क्योंकि मिडल ईस्ट विच उस वेले फलसफा जिहड़ा अरबी विच ही लिखिया जाता सी, पर ਉਹਦੀਆਂ ਉਹ ਲਿਖਤਾਂ ਸਾਂਭੀਆਂ ਗਈਆਂ ਜਿਹੜੀਆਂ ਸ਼ੁੱਧ ਫਾਰਸੀ ਵਿੱਚ ਲਿਖੀਆਂ ਗਈਆਂ ਸਨ, ਤੇ ਇਹ ਜਿਹੜੀਆਂ ਅਰਬੀ ਵਾਲੀਆਂ ਸਨ ਉਹ ਕਿਤੇ ਕਿਤੇ ਉਹ ਨਹੀਂ ਲੋਕਾਂ ਨੂੰ ਲੱਭੀਆਂ। ਅੱਛਾ, ਅਬੀ ਸੀਨਾ ਨੇ ਜਿਵੇਂ ਨਵੇਂ ਅਫਲਾਤੂਨ ਤੋਂ ਬਾਅਦ ਨਵੇਂ ਅਫਲਾਤੂਨ ਇੱਕ ਸਕੂਲ ਹੈਗਾ, ਉਹਦੀ ਅਸੀਂ ਗੱਲ ਕਰਾਂਗੇ, ਉਹਦੀ ਤਰਜ਼ ਵਿੱਚ ਲਿਖਿਆ ਤੇ ਇਸ ਵਾਸਤੇ 12ਵੀਂ ਸਦੀ ਤੋਂ ਜਿਹੜੀ ਇਲਮੁਲ ਕਲਾਮ ਮੁਸਲਮਾਨਾਂ ਵਿੱਚ ਲਿਖਿਆ ਗਿਆ ਜਾਂ ਦੂਜਿਆਂ 'ਚ ਲਿਖਿਆ ਗਿਆ, ਜਿਹਨੂੰ ਸਕਾਲਿਸਟਿਕ ਫਿਲਾਸਫੀ ਕਹਿੰਦੇ ਨੇ, ਉਹਦਾ ਇਹਨੇ ਮੁੱਢ ਬੰਨਿਆ ਤੇ ਇਹਨੇ ਅਰਸਤੂ ਤੇ ਖੁੱਲ੍ਹ ਕੇ ਬੜੀ ਟੋਕ ਮਾਰੀ ਤੇ ਇਹਦਾ ਕਹਿਣਾ ਸੀ ਜੋ ਇਵੇਂ ਕਰਨ ਨਾਲ ਜਿਹੜੀ ਹੈ ਉਹ ਬਹਿਸ ਅੱਗੇ ਵਧੇਗੀ। ਇਹਦੀ ਜਿਹੜੀ ਹਕਮਤ ਦੀ ਕਿਤਾਬ ਸੀ ਉਹ ਕੋਈ 50 ਸਾਲਾਂ 'ਚ ਯੂਰਪ ਪਹੁੰਚ ਗਈ ਤੇ ਉਹਨੇ ਉਹਦੀ ਯੂਰਪ ਦੇ ਵਿੱਚ ਉਹਦੀਆਂ ਕਿਤਾਬਾਂ ਨੇ ਬੜਾ ਅਸਰ ਪਾਇਆ। ਅਬੀ ਸੀਨਾ ਦੀ ਜਿਹੜੀ ਪਰਮਾਦਿਯ ਸੀ ਯਾਨੀ ਮੈਟਾਫਿਜ਼ਿਕਸ ਸੀਗੀ, ਉਹਦੇ ਉੱਤੇ ਅਲ ਫਰਾਬੀ ਦਾ ਬੜਾ ਅਸਰ ਸੀਗਾ। ਅੱਛਾ, ਜਿਹੜੀ ਇਸਲਾਮੀ ਪਰਮਾਦਿਯਤ ਹੈ ਉਹਦੇ ਵਿੱਚ ਤੱਤ ਯਾਨੀ ਐਸੈਂਸ ਨੂੰ ਵਜੂਦ ਤੋਂ ਜ਼ਿਆਦਾ ਉੱਤੇ ਮੰਨਿਆ ਜਾਂਦਾ, ਜ਼ਿਆਦਾ ਭਾਰੀ ਮੰਨਿਆ ਜਾਂਦਾ ਹੈ। ਮਤਲਬ ਜਿਹੜਾ ਐਸੈਂਸ ਹੈ ਬੰਦੇ ਦਾ ਉਹ ਬਹੁਤ ਪਹਿਲੇ ਹੈ ਤੇ ਜਿਹੜਾ ਵਜੂਦ ਹੈ ਉਹ ਬਹੁਤ ਬਾਅਦ 'ਚ ਹੁੰਦਾ ਹੈ। ਇਸ ਬਾਰੇ ਵਿੱਚ ਇਹ ਕਿਹਾ ਜਾਂਦਾ ਹੈ, ਉਹਨਾਂ ਦੀ ਦਲੀਲ ਇਹ ਹੈ ਕਿ ਜਿਹੜਾ ਵਜੂਦ ਹੈ, ਇਨਸਾਨੀ ਵਜੂਦ ਹੈ, ਉਹ ਇੱਕ ਹਾਦਸਾ ਹੈ, ਇੱਕ ਐਕਸੀਡੈਂਟ ਹੈ, ਜਦੋਂ ਕਿ ਤੱਤ ਜਿਹੜਾ ਐਸੈਂਸ ਹੈ ਉਹ ਹਾਦਸੇ ਤੋਂ ਮਗਰੋਂ ਵੀ ਰਹਿੰਦਾ। ਅੱਛਾ, ਅਬੀ ਸੀਨਾ ਨੇ ਵਜੂਦ ਦੇ ਬਾਰੇ 'ਚ ਬੜੀ ਖੋਜ ਕੀਤੀ। ਉਹ ਮਾਹੀਅਤ ਤੇ ਵਜੂਦ ਦੇ ਵਿੱਚ ਵੀ ਫਰਕ ਕਰਦਾ ਹੈ ਤੇ ਉਹਦਾ ਕਹਿਣਾ ਹੈ ਜਿਹੜੀਆਂ ਮੌਜੂਦ ਸ਼ੈਵਾਂ ਨੇ ਉਹਨਾਂ ਦਾ ਜਿਹੜੀਆਂ ਛਾਵਾਂ ਸਾਨੂੰ ਨਜ਼ਰ ਆਉਂਦੀਆਂ ਨੇ, ਜਿਵੇਂ ਸਾਨੂੰ ਆਪਣੇ ਆਲੇ ਦੁਆਲੇ ਨਜ਼ਰ ਆਉਂਦੀ ਆ, ਉਹਨਾਂ ਦਾ ਕੋਈ ਤੱਤ ਹੋ ਨਹੀਂ ਸਕਦਾ ਤੇ ਮਾਦਾ ਆਪਣੇ ਆਪ ਵਿੱਚ ਹਰਕਤ ਵੀ ਨਹੀਂ ਕਰ ਸਕਦਾ। ਇਸ ਲਈ ਜਿਹੜੀ ਵਜੂਦੀਅਤ ਹੈ, ਛਾਵਾਂ ਦਾ ਜਿਹੜਾ ਵਜੂਦ ਹੈ, ਉਹ ਕਿਸੇ ਏਜੰਟ ਕਾਰਨ ਦੇ ਤਹਿਤ, ਯਾਨੀ ਮਤਲਬ ਕੋਈ ਐਸਾ ਕਰਨ ਵਾਲਾ ਜਿਹੜਾ ਕਿ ਇਸ ਕੰਮ ਨੂੰ ਕਰ ਸਕਦਾ ਹੈ, ਏਜੰਟ ਕਾਰਨ ਜਿਹੜਾ ਹੈ ਉਹ ਹੈ ਤੇ ਇਹ ਉਸ ਦੇ ਅਸਲ ਵਿੱਚ ਸਾਹਮਣੇ ਆਉਂਦਾ ਹੈ। ਅੱਛਾ, ਇਹਨੇ ਆਪਣਾ ਕਿਹਾ ਕਿ ਖੁਦਾ ਦੀ ਹੋਂਦ ਨੂੰ ਵੀ ਅਬੀ ਸੀਨਾ ਨੇ ਖੁਦਾ ਦੀ ਹੋਂਦ ਨੂੰ ਵੀ ਸਾਬਤ ਕੀਤਾ, ਜਿਹਨੂੰ ਅਰਬੀ ਵਿੱਚ ਅਲ ਬੁਰਹਾਨ ਸਦਕੈਨ ਕਿਹਾ ਜਾਂਦਾ ਹੈ। ਅੱਛਾ, ਉਹਦੀ ਦਲੀਲ ਇਹ ਸੀ ਕਿ ਦੁਨੀਆ ਦੇ ਹੋਣ ਲਈ ਇੱਕ ਲਾਜ਼ਮ ਹੋਣ ਵਾਜਬੁਲ ਵਜੂਦ ਦਾ ਹੋਣੀ ਚਾਹੀਦੀ ਹੈ, ਜਿਹਦਾ ਵਜੂਦ ਜਾਂ ਜੁਸਾਨਾ ਹੋਵੇ, ਇੱਕ ਐਸੀ ਹਸਤੀ ਹੋਣੀ ਚਾਹੀਦੀ ਹੈ। ਉਹਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਦਲੀਲਾਂ ਦੇ ਕੇ ਖੁਦਾ ਨੂੰ ਸਾਬਤ ਕੀਤਾ। ਉਹ ਪੀਟਰ ਐਡਮਸਨ, ਇੱਕ ਜਿਹੜਾ ਲਹਿੰਦੇ ਦਾ ਫਿਲਾਸਫਰ ਹੈ, ਉਹ ਕਹਿੰਦਾ ਹੈ ਕਿ ਇਹ ਮਿਡੀਵਲ ਪਿਛਲੇ ਵਾਰੇ ਦੇ ਵਿੱਚ ਸਭ ਤੋਂ ਪੱਕੀ ਦਲੀਲ ਸੀ ਜਿਹਨੂੰ ਬਾਕੀ ਲੋਕਾਂ ਨੇ ਵੀ ਮੰਨਿਆ। ਅੱਛਾ, ਅਬੀ ਸੀਨਾ ਨੇ ਜਿਹੜਾ ਸਾਇੰਸ ਦਾ ਫਲਸਫਾ ਸੀ ਉਹਦੇ ਤੇ ਵੀ ਲਿਖਿਆ ਔਰ ਉਹਨੇ ਅਰਸਤੂ ਦੀਆਂ ਦਲੀਲਾਂ ਤੋਂ ਹਟ ਕੇ ਵੀ ਦਲੀਲਾਂ ਦਿੱਤੀਆਂ। ਅਬੀ ਸੀਨਾ ਨੇ ਕਿਹਾ ਜਿਹੜੇ ਪਹਿਲੇ ਮੁੱਢਲੇ ਅਸੂਲ ਨੇ ਉਹਨਾਂ ਨੂੰ ਫਸਟ ਪ੍ਰਿੰਸੀਪਲ, ਇਹ ਨਹੀਂ ਜਿਹੜੇ ਨੇ ਪਹਿਲੇ ਮੁੱਢਲੇ ਅਸੂਲ ਹੁੰਦੇ ਨੇ, ਪਹਿਲੇ ਉਹਨਾਂ ਦੀ ਸੇਧ ਨੂੰ ਵੇਖਣਾ ਚਾਹੀਦਾ ਹੈ ਤੇ ਫਿਰ ਉਹਨਾਂ ਤੋਂ ਜਿਹੜਾ ਹੈ ਉਹ ਇਸਤਖਰਾਜ, ਯਾਨੀ ਉਹਨਾਂ ਤੋਂ ਨਤੀਜੇ ਜਿਹੜੇ ਨੇ ਉਹ ਨਿਕਲਦੇ ਨੇ। ਜਿਵੇਂ ਅਸੀਂ ਤੁਹਾਨੂੰ ਕਾਂ ਦੀ ਮਿਸਾਲ ਦਿੱਤੀ ਸੀ। ਅੱਛਾ, ਇਹਦੇ ਵਿੱਚ ਉਹ ਕਹਿੰਦਾ ਹੈ ਕਿ ਅਬੀ ਸੀਨਾ ਜਿਹੜਾ ਹੋਰ ਦੋ ਢੰਗਾਂ ਦੀ ਵੀ ਗੱਲ ਕਰਦਾ ਹੈ, ਜਿਨ੍ਹਾਂ ਵਿੱਚੋਂ ਇੱਕ ਤੇ ਜਿਹੜਾ ਅਰਸਤੂ ਦਾ ਚੜ੍ਹਾਉਣ ਦਾ ਯਾਨੀ ਇਸਤਕਰਾਈ ਇੰਡਕਸ਼ਨ ਦਾ ਤਰੀਕਾ ਤੇ ਦੂਜਾ ਤਜਰਬੇ ਦੇ ਰਾਹੀਂ ਯਾਨੀ ਐਕਸਪੈਰੀਮੈਂਟਸ ਦੇ ਰਾਹੀਂ ਜਿਹੜਾ ਹੈ ਉਹ ਸੱਚ ਤੱਕ ਪਹੁੰਚਣਾ ਹੈ।
अच्छा उन्हें अभी सीना ने मंतक बारे भी अपना नजरिया दिता। मतलब उन्हें जरा अरस्तू का निगेशन ऑफ निगेशन यानी टकरवा जड़ा गैर मुतजाद नजरिया सी, यानी मतलब वह यह है कि कोई शै एक ही वेले विच सच ते झूठ नहीं हो सकती, गलत ते सही नहीं हो सकती। ते अभी सीना ने कहा कि जे कोई इस दलील नूं नहीं मानता तो उन्होंने कुटो तो उन्होंने साड़ दो, तो फिर उन्होंने कहो कि ये जी है ना ये ना होने तो होने के फर्क ही कोई नहीं। सो तेन अग लाती तो फिर की फर्क पै गया, अग तो लगी नहीं है, इस वाले होना या ना होना एको जिहा ही है। अच्छा तबीयत विच यानी फिजिक्स दे विच उन्हें जिहड़ी मोशन है हरकत दे दो नज़रिए दिते। एक तो यह है कि जिहड़ी हर चीज़ है ਉਹਦੇ अंदर एक हरकत की टेंडेंसी हैगी है, हरकत का एक उलार है। तो दूजा है वो जिहड़ा कि उडारू है, दूजा जिहड़ा कि उड़दा है, लेकिन वो उडारू है उन्हें वो तां हो सकता है जो कोई दूजा उन्होंने धक्का देवे, तो वो मतलब धक्का देने वाला जिहड़ा है वो रब है। अच्छा उन्हें अभी सीना ने ऑप्टिक्स से यानी मतलब ਜਿਹੜੇ शीशे ने हादसे ने इन्हों के बारे च भी कहा। तो उन्हें कहा कि उन्होंने विचों एक रोशनी, जो रोशनी की एक रफ्तार जो उन्होंने विचों छावां निकलदियां ने उन्होंने रोशनी की एक रफ्तार होंदी है। तो जेड़े जर्रे जेड़े किसी चानन शै तो निकलते हैं तो उस लिए उन्होंने अगे जाने की भी एक हद है, क्योंकि उन्होंने एक रफ्तार हैगी है। अभी सीना ने नफसियात फलकियात इल्म नजूम के नज़रिए के उत्ते भी काफ़ी कुछ लिखा। सो ये तो सीगा असी गल की अभी सीना के बारे च। अच्छा अभी सीना जड़ा है इस तो बाद असी जड़ा है वो गजाली या जिन्हों साढ़े इमाम गजाली कहा जाता है उत्ते गल करांगे। इमाम गजाली जड़ा है या अल गजाली जड़ा है वो 1058 विच जमिया सी ते 1111 विच मरिया सी। मतलब 10वीं सदी 11वीं सदी के अंत जमिया ते 12वीं सदी के शुरू च मरिया। ये भी ईरानी नस्ल का सी ते अपने जमाने विच इनू मुजद्दद मन्निया जाता सी। उन्हें कहा जाता है कि उन्हें इस्लाम नू फेर तो ताज़ा किया, तो वह यकीन सी अल गजाली का कि इस्लाम की जी रूहानी रीत है वो मट्ठी पै चुकी है या मुक चुकी है। तो इस ते उसने अपनी मशहूर किताब अयाहे अलूमुद्दीन लिखी। उसका यह भी कहना सी कि जेड़े मुसलमान फलसफी ने यानी उस तो पहले जेड़े होए ने अबिसीना अल फराबी वगैरह ये यूनानी फलसफे के असर के बिगड़ गए हैं कि ये उन्होंने दैरिया भी कहता है। इसलिए उन्हें उन्होंने फलसफियां के उत्ते एक फलसफे की किताब लिखी जिसका नाम सी तहतुल फलसफा यानी इनकोहेरेंस ऑफ द फिलासफर लिखी। अच्छा ये तो यदी मशहूरी दियाँ वजह वजूहात यदी मुढ़ली गल हो गई। ये तबरान में जम्मिया सी जिहड़ा खरासान दे जिला तूस विच सी। अच्छा जी वो अपना नीशापुर विच पढ़ाई करके ते सलजूक दे वजीर निज़ामुल मुल्क के दरबार नाल जुड़ गया सी। ते निज़ामुल मुल्क ने उन्होंने बड़े बड़े वड्डे खिताब दिते ते बगदाद दे विच एक बहुत वड्डा अदारा सी निज़ामिया ओदा इंचार्ज भी बना दिता। लेकिन इन्हों का ਉਹਦੇ ਨਾਲ ਕੰਮ ਕਰਨ ਦਾ दिल नहीं सी करता, गवर्नमेंट के नाल चलन ਲਈ इन्हों का दिल नहीं सी करता। तो इसलिए बहाना बना के मक्के चले गए तो उत्थे घूमते रहे। तो फिर तूस आके एक साल जड़ा है वो हुजरे में रेंदे रहे। तो इस विचकार वो आम मदरसे दरगाहां ते जाके ते दरस दिंदे सी, पर किसी सरकारी अदारे दे नाल लैन देन नहीं सी रखते। फिर अखीर के उत्ते जड़ा बुखारे का वजीर फखरुल मलक सी उन्हें फिर दबाव पाया कि तुसी नीशापुर की निज़ामिया के इंचार्ज हो जाओ।
ਤੇ ਇਹ ਮਜਬੂਰਨ ਛੱਡ ਕੇ ਉੱਥੇ ਚਲੇ ਤੇ ਗਏ, ਪਰ ਇਹਨਾਂ ਨੇ ਫਿਰ ਛੱਡ ਦਿੱਤਾ ਤੇ ਟੂਸ ਵਾਪਸ ਆ ਗਏ। ਇਹਨਾਂ ਦੀ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਘਰ ਕਈ ਧੀਆਂ ਜੰਮੀਆਂ, ਪਰ ਇਹਨਾਂ ਦੇ ਘਰ ਪੁੱਤਰ ਕੋਈ ਨਹੀਂ ਹੋਇਆ। ਤੇ ਇਹਨਾਂ ਨੂੰ ਆਪਣਾ ਤਸੱਵੁਫ, ਇਹਨਾਂ ਨੂੰ ਇਸਲਾਮ ਨੂੰ ਤਸੱਵੁਫ ਦੇ ਨਾਲ ਜੋੜਨ ਦਾ ਵੀ ਮੰਨਿਆ ਜਾਂਦਾ ਹੈ। ਇਹ ਸ਼ਾਫੀ ਫਿਕਾ ਦੇ ਮੰਨਣ ਵਾਲੇ ਸਨ। ਤੇ ਜਿਹੜੀ ਫਲਸਫੀ ਸੱਥ ਅਲ ਅਸ਼ਰੀਆ ਹੈ, ਜਿੱਥੇ ਅਸੀਂ ਗੱਲ ਕਰਾਂਗੇ ਅਗਲੀ ਕਿਸ਼ਤ ਵਿੱਚ, ਇਹ ਉਹਦੇ ਬੜੇ ਪੱਕੇ ਮੈਂਬਰ ਮੰਨੇ ਜਾਂਦੇ ਨੇ। ਅੱਛਾ, ਇਹਨਾਂ ਦੀ ਤਾਂ ਜਿਵੇਂ ਮੈਂ ਪਹਿਲੇ ਕਿਹਾ ਕਿ ਇਹਨਾਂ ਦੀ ਸਭ ਤੋਂ ਮਸ਼ਹੂਰ ਕਿਤਾਬ ਜਿਹੜੀ ਹੈ ਉਹ ਫਲਸਫੀਆਂ ਦੇ ਰੱਦ ਵਿੱਚ ਲਿਖੀ ਗਈ ਹੈ। ਉਹਨਾਂ ਨੇ ਫਲਸਫੀਆਂ ਨਾਲ ਤਸ਼ਕੀਕ ਯਾਨੀ ਸ਼ਾਕਤ ਦੀ ਬਜਾਏ ਉਹਨਾਂ ਨੇ ਰੱਬੀ ਮਜ਼ਹਬ ਨੂੰ ਅਪਣਾਇਆ। ਮਤਲਬ ਇਹ ਹੈ ਕਿ ਜੋ ਹਰ ਕੰਮ ਹੁੰਦਾ ਹੈ ਉਹ ਰੱਬ ਦੀ ਰਜ਼ਾ ਨਾਲ ਹੁੰਦਾ ਹੈ। ਉਹਨਾਂ ਇਹ ਦਲੀਲ ਦਿੱਤੀ, ਜੋ ਕਪਾਹ ਨੂੰ ਕਪਾਹ ਇਸ ਲਈ ਨਹੀਂ ਸੜਦੀ ਜੋ ਅੱਗ ਦੇ ਨੇੜੇ ਹੋ ਜਾਂਦੀ ਹੈ, ਬਲਕਿ ਕਪਾਹ ਇਸ ਲਈ ਸੜਦੀ ਹੈ ਕਿ ਉਸ ਵਿੱਚ ਰੱਬ ਦੀ ਰਜ਼ਾ ਹੁੰਦੀ ਹੈ। ਅੱਛਾ, ਇਸ ਤਰੀਕੇ ਨਾਲ ਅਲ ਗਜ਼ਾਲੀ ਨੇ ਜਿਸ ਵਿਚਾਰਧਾਰਾ ਦਾ ਮੁੱਢ ਧਰਿਆ, ਉਹਦੇ ਨਤੀਜੇ ਵਿੱਚ ਕਿਹਾ ਜਾਂਦਾ ਹੈ ਕਿ ਮੁਸਲਮਾਨਾਂ ਵਿੱਚ ਸੁਕਰਾਤ, ਅਫਲਾਤੂਨ ਤੇ ਅਰਸਤੂ ਨੂੰ ਪੜ੍ਹਨਾ ਛੱਡ ਦਿੱਤਾ ਗਿਆ। ਤੇ ਜਿਹੜੀ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਉਸ ਤੋਂ ਬਾਅਦ ਜਿਹੜੀ ਜਹਾਲਤ ਆਈ, ਜਿਹੜੀ ਜਹਾਲਤ ਮੁਸਲਮਾਨਾਂ ਦੇ ਵਿੱਚ ਆਈ, ਉਹਦੇ ਵਿੱਚ ਇਮਾਮ ਗਜ਼ਾਲੀ ਦਾ ਬਹੁਤ ਵੱਡਾ ਹੱਥ ਸੀ। ਪਰ ਸ਼ਾਇਦ ਇਹੋ ਹੀ ਵਜ੍ਹਾ ਹੈ ਕਿ ਸਾਡੇ यहाँ ਜਿਹੜੇ ਮਜ਼ਹਬੀ ਹਲਕੇ ਨੇ ਉਹ ਸ਼ਾਇਦ ਇਸੇ ਵਾਸਤੇ ਹੀ ਇਮਾਮ ਗਜ਼ਾਲੀ ਨੂੰ ਬਹੁਤ ਚੁੱਕਦੇ ਨੇ ਤੇ ਉਹਦੀ ਬੜੀ ਗੱਲ ਕਰਦੇ ਨੇ, ਤੇ ਬਾਕੀ ਮੁਸਲਮਾਨ ਫਲਸਫੀਆਂ ਦੀ ਉਨੀ ਗੱਲ ਨਹੀਂ ਕਰਦੀ। ਦੋ ਬੰਦਿਆਂ ਦੀ ਜ਼ਿਆਦਾ ਗੱਲ ਕਰਦੇ ਨੇ, ਇੱਕ ਤੇ ਇਮਾਮ ਗਜ਼ਾਲੀ ਦੀ ਤੇ ਦੂਜੀ ਇਬਨ ਅਰਬੀ ਦੀ। ਅੱਛਾ ਜੀ, ਜਿਹੜੀ ਇਮਾਮ ਗਜ਼ਾਲੀ ਦੀ ਦੂਜੀ ਕਿਤਾਬ ਸੀਗੀ ਉਹ ਤੁਹਾਨੂੰ ਮੈਂ ਦੱਸ ਚੁੱਕਿਆ ਹਾਂ ਕਿ ਉਹ ਸੀਗੀ ਅਲੂਮੁਦੀਨ, ਕਿਤਾਬ ਅਹਿਯਾਏ ਅਲੂਮੁਦੀਨ ਸੀ। ਇਹ ਐਸੀ ਕਿਤਾਬ ਸੀ ਕਿ ਇਹਨੂੰ ਐਸਾ ਮੰਨਿਆ ਜਾਂਦਾ ਸੀ ਕਿ ਲੋਕੀ ਕਹਿੰਦੇ ਸਨ ਜੇ ਇਸਲਾਮ ਦੇ ਉੱਤੇ ਸਾਰੀਆਂ ਕਿਤਾਬਾਂ ਵੀ ਸੜ ਜਾਣ, ਇਹ ਕਿਤਾਬ ਰਵੇ, ਇਸਲਾਮ ਜਿਹੜਾ ਹੈ ਉਹ ਕਾਇਮ ਰਹੇਗਾ। ਇੰਨੀ ਇਹਦੀ ਮਸ਼ਹੂਰੀ ਸੀ ਇਸ ਕਿਤਾਬ ਦੀ। ਹੁਣ ਅਸੀਂ ਜਿਹੜਾ ਗਜ਼ਾਲੀ ਤੋਂ ਬਾਅਦ ਇਬਨ ਰੁਸ਼ਦ ਦੀ ਗੱਲ ਕਰਾਂਗੇ। ਇਬਨ ਰੁਸ਼ਦ ਜਿਹੜੇ ਨੇ ਉਹ 1126 ਵਿੱਚ ਜੰਮੇ ਤੇ 1128 ਵਿੱਚ ਮਰੇ ਸਨ। ਉਹਨਾਂ ਦਾ ਅਸਲ ਨਾਂ ਜਿਹੜਾ ਸੀ ਉਹ ਅਬੁਲ ਵਲੀਦ ਮੁਹੰਮਦ ਇਬਨ ਅਹਿਮਦ ਇਬਨ ਰੁਸ਼ਦ ਸੀ, ਤੇ ਲਹਿੰਦੇ ਵਿੱਚ ਉਹਨੂੰ ਅਵਾਰਾਇਸ ਦੇ ਨਾਲ ਜਾਣਿਆ ਜਾਂਦਾ ਹੈ। ਅਵਾਰਾਇਸ ਦੇ ਨਾਲ ਜਾਣਿਆ ਜਾਂਦਾ, ਯਾਨੀ AVERROES। ਇਹਨਾਂ ਨੇ ਕੋਈ 100 ਕਿਤਾਬਾਂ ਲਿਖੀਆਂ ਨੇ, ਜਿਸ ਕਰਕੇ ਯੂਰਪ ਵਿੱਚ ਉਹਨਾਂ ਨੂੰ ਯਾਨੀ ਦਾ ਕਮੈਂਟੇਟਰ, ਯਾਨੀ ਸਭ ਤੋਂ ਵੱਡਾ ਮੁਫੱਸਰ ਅਰਸਤੂ ਦਾ ਮੰਨਿਆ ਜਾਂਦਾ ਹੈ। ਇਹ ਸਪੇਨ ਦੇ ਵਿੱਚ ਪੈਦਾ ਹੋਏ ਸਨ, ਸਪੇਨ ਦੇ ਸ਼ਹਿਰ ਚਕੋਰਡੋਬਾ ਵਿੱਚ ਹੋਏ ਸਨ, ਤੇ ਇਹਨਾਂ ਦਾ ਦਾਦਾ ਉੱਥੇ ਜੱਜ ਸੀ। ਤੇ ਇਹਨਾਂ ਨੇ ਜਦੋਂ ਬੁਲਾਇਆ ਗਿਆ ਖਲੀਫੇ ਨੂੰ, ਅਬੂ ਯਾਕੂਬ ਯੂਸਫ ਨਾਲ ਬੁਲਾਇਆ ਗਿਆ, ਤੇ ਉਹ ਇਹਨਾਂ ਦੇ ਕੋਲੋਂ ਬਹੁਤ ਮੁਤਅੱਸਰ ਹੋਇਆ ਤੇ ਇਹਨਾਂ ਨੂੰ ਉਹਦੇ ਕੋਲੋਂ ਕਈ ਤਫਸੀਰਾਂ ਵੀ ਲਗਵਾਈਆਂ। ਫਿਰ ਇਹ ਸਿਓਲ ਸ਼ਹਿਰ ਚਲੇ ਗਏ ਤੇ ਉੱਥੇ ਕੁਰੂਡਾਬਾ ਦੇ ਚੀਫ ਜਸਟਿਸ ਵੀ ਬਣ ਗਏ। ਪਰ 1184 ਵਿੱਚ ਖਲੀਫਾ ਯੂਸਫ ਦੇ ਮਰਨ ਮਗਰੋਂ 1195 ਵਿੱਚ ਇਹਨਾਂ ਨੂੰ ਦੇਸ ਨਿਕਾਲਾ ਦੇ ਕੇ ਲੂਸਨੀਆ ਘੱਲ ਦਿੱਤਾ ਗਿਆ। ਪਰ ਮਰਨ ਤੋਂ ਪਹਿਲੇ ਇਹਨਾਂ ਦੀ ਜਿਹੜੀ ਸੀ ਉਹ ਸੁਲ੍ਹਾ ਹੋ ਗਈ ਸ਼ਾਹੀ ਖਾਨਦਾਨ ਨਾਲ, ਤੇ ਫਿਰ ਉੱਥੇ ਵਾਪਸ ਆ ਗਏ। ਅੱਛਾ, ਇਬਨ ਰੁਸ਼ਦ ਜਿਹੜੇ ਸਨ ਇਹ ਅਰਸਤੂ ਦੇ ਬਹੁਤ ਹੀ ਵੱਡੇ ਪੈਰੋਕਾਰ ਸਨ, ਤੇ ਉਹ
ਉਹਨਾਂ ਦੀ ਸਾਰਾ ਯਤਨ ਇਹ ਸੀ ਜੋ ਅਰਸਤੂ ਦੇ ਜਿਹੜੇ ਮੁੱਢਲੇ ਨਜ਼ਰੀਏ ਨੇ ਉਹਨਾਂ ਨੂੰ ਸਾਹਮਣੇ ਲਿਆਉਣ। ਉਹਨਾਂ ਨੇ ਇਸ ਉਸੇ ਦੇ ਤਹਿਤ ਹੀ ਉਹਨਾਂ ਦਾ ਖਿਆਲ ਸੀ ਕਿ ਜਿਹੜੇ ਅਲ-ਫਾਰਾਬੀ ਤੇ ਅਬੀਸੀਨਾ ਨੇ ਉਹਨਾਂ ਨੇ ਜਿਹੜਾ ਅਰਸਤੂ ਦਾ ਨਜ਼ਰੀਆ ਹੈ ਉਹਨੂੰ ਵਿਗਾੜ ਦਿੱਤਾ ਤੇ ਇਸ ਲਈ ਮੈਂ ਉਹਨੂੰ ਦੁਬਾਰਾ ਵਿਹਾਰ ਕਰਾਂਗਾ। ਉਸਨੇ ਉਹਨਾਂ ਨੇ ਅਲ-ਅਸ਼ਰੀਆ ਪੰਥ ਤੇ ਅਲ-ਗਜ਼ਾਲੀ ਦੇ ਫਲਸਫੇ ਦੇ ਖਿਲਾਫ ਵੀ ਦਲੀਲਾਂ ਦਿੱਤੀਆਂ। ਉਹਨਾਂ ਦਾ ਕਹਿਣਾ ਸੀ ਜੋ ਯਾਨੀ ਮਤਲਬ ਜਿਹੜਾ ਇਮਾਮ ਅਲ-ਗਜ਼ਾਲੀ ਸੀ ਉਹ ਤੇ ਫਲਸਫੇ ਦੀ ਜਿਹੜੀ ਦਲੀਲਬਾਜ਼ੀ ਹੈ ਉਹਨੂੰ ਵੈਸੀ ਗੱਲ ਸਮਝਦਾ ਸੀ ਕਿ ਇਹਦੇ ਨਾਲ ਮੁਸਲਮਾਨ ਜਿਹੜੇ ਨੇ ਉਹ ਖਰਾਬ ਹੋਏ ਨੇ। ਲੇਕਿਨ ਜਿਹੜਾ ਇਬਨ ਰੁਸ਼ਦ ਹੈ ਉਸ ਦਾ ਕਹਿਣਾ ਸੀ ਜੋ ਇਸਲਾਮ ਵਿੱਚ ਫਲਸਫਿਆਨਾ ਸੋਚ ਦੀ ਬੜੀ ਖੁੱਲੀ ਥਾਂ ਹੈ ਤੇ ਜਿੱਥੇ ਵੀ ਅਕਲੀ ਦਲੀਲਾਂ ਜਿਹੜੀਆਂ ਨੇ ਤੇ ਮਜ਼ਹਬੀ ਲਿਖਤਾਂ ਦੇ ਵਿੱਚ ਟਕਰਾਅ ਹੋਵੇ ਉੱਥੇ ਜਿਹੜੀ ਮਜ਼ਹਬੀ ਵਿਚਾਰ ਨੇ ਉਹਨਾਂ ਨੂੰ ਸੈਨਤ ਜਾਂ ਉਹਨਾਂ ਨੂੰ ਮੈਟਾਫਰ ਸਮਝਣਾ ਚਾਹੀਦਾ, ਉਹਨਾਂ ਨੂੰ ਲਫ਼ਜ਼ ਬਲਫ਼ਜ਼ ਨਹੀਂ ਲੈਣਾ ਚਾਹੀਦਾ ਤੇ ਉਹਨਾਂ ਦੇ ਸਮਝ ਕੇ ਮਾਇਨੇ ਕਰਨੇ ਚਾਹੀਦੇ। ਮਿਸਾਲ ਦੇ ਤੌਰ ਤੇ ਜੇ ਇਹ ਕਿਹਾ ਜਾਵੇ ਕਿ ਰੱਬ ਦਾ ਹੱਥ ਤੇ ਮਤਲਬ ਰੱਬ ਦਾ ਬੰਦੇ ਵਗੈਰਾ ਹੱਥ ਤੇ ਨਹੀਂ ਹੋਏਗਾ, ਇਹਦਾ ਮਤਲਬ ਹੈ ਕਿ ਉਹ ਰੱਬ ਦੀ ਕਿਸੇ ਖਾਸੀਅਤ ਦੇ ਬਾਰੇ 'ਚ ਗੱਲ ਹੋ ਰਹੀ ਹੈ, ਉਹ ਇੱਕ ਮੈਟਾਫਰ ਹੈ, ਇਸ਼ਾਰਾ ਹੈ, ਰਮਜ਼ ਹੈ, ਉਹ 100% ਉਹਦੇ ਹੱਥ ਦੀ ਗੱਲ ਨਹੀਂ ਹੋ ਰਹੀ। ਅੱਛਾ, ਇਸ ਤੋਂ ਇਲਾਵਾ ਇਹ ਤੇ ਦਲੀਲ ਉਹਨਾਂ ਦੀ ਬਹੁਤ ਪੱਕੀ ਸੀ। ਇਸ ਦੇ ਨਾਲ ਇਹਨਾਂ ਨੇ ਤਿੱਬ ਵਿੱਚ ਵੀ ਬੜਾ ਕੰਮ ਕੀਤਾ ਔਰ ਇਹਨਾਂ ਨੇ ਪਹਿਲੇ ਬੰਦੇ ਸਨ ਜਿਨ੍ਹਾਂ ਨੇ ਜਿਹੜਾ ਹਾਰਟ ਅਟੈਕ ਆ, ਦਿਲ ਦਾ ਦੌਰਾ ਜਿਹੜਾ ਹੈ ਉਹਦਾ ਨਿਖੇੜਾ ਕੀਤਾ ਤੇ ਜਿਹੜਾ ਰਾਸ਼ਾ ਹੋ ਜਾਂਦਾ ਨਾ ਬੰਦਿਆਂ ਨੂੰ ਉਹਦੀਆਂ ਵੀ ਨਿਸ਼ਾਨੀਆਂ ਦੱਸੀਆਂ। ਇਹ ਇਸ ਗੱਲ 'ਚ ਵੀ ਪਹਿਲੇ ਸਨ ਕਿ ਇਹ ਪਹਿਲੇ ਸਨ ਜਿਹਨਾਂ ਨੇ ਕਿਹਾ ਕਿ ਜਿਹੜੀ ਬੰਦਾ ਦੇਖਦਾ ਹੈ ਅੱਖ ਦੇ ਵਿੱਚ ਪੁਤਲੀ ਰਾਹੀਂ ਦੇਖਦਾ ਹੈ ਤੇ ਇਹਨਾਂ ਦੀ ਜਿਹੜੀ ਕਿਤਾਬ ਸੀਗੀ ਤਿੱਬ ਦੇ ਉੱਤੇ, ਕਿਤਾਬ ਅਲ-ਕੁਲਿਆਤ ਫਿਲ ਤਿੱਬ, ਉਹ ਪੂਰੇ ਯੂਰਪ ਵਿੱਚ ਕੋਲਗੇਟ ਦੇ ਨਾਂ ਦੇ ਨਾਲ ਬਹੁਤ ਕਈ ਸੌ ਸਾਲ ਪੜ੍ਹੀ ਜਾਂਦੀ ਰਹੀ। ਅੱਛਾ ਜੀ, ਇਹ ਗੱਲ ਮੰਨੀ ਜਾਂਦੀ ਹੈ, ਪੱਕੀ ਮੰਨੀ ਜਾਂਦੀ ਹੈ ਕਿ ਆਪਣਾ ਇਬਨ ਰੁਸ਼ਦ ਦੀਆਂ ਕਿਤਾਬਾਂ ਜਾਂ ਵਰਸੀਨਾ ਦੀਆਂ ਕਿਤਾਬਾਂ ਦੇ ਨਾਲ ਹੀ ਯੂਰਪ ਵਿੱਚ ਨਵੀਂ ਜਾਗ੍ਰਿਤੀ ਆਈ। ਬਲਕਿ ਇਹ ਹੈ ਕਿ ਲਾਤੀਨੀ ਜਿਹੜੀ ਲੈਟਨ ਕ੍ਰਿਸਚੀਅਨਮ ਹੈ ਉਹਦੇ ਵਿੱਚ ਉਮਰਿਜ਼ਮ ਦੀ ਤਹਿਰੀਕ ਵੀ ਚੱਲੀ ਤੇ ਉਹਦਾ ਜਿਹੜਾ ਵਾਹਦਤੁਲ ਸ਼ਊਰ ਦਾ ਫਲਸਫਾ ਸੀ ਉਹ ਬੜਾ ਮਸ਼ਹੂਰ ਹੋਇਆ। ਲੇਕਿਨ ਇਹ ਹੈ ਕਿ ਕੈਥੋਲਿਕ ਚਰਚ ਨੇ ਇਹਨਾਂ ਨੂੰ 1277 ਦੇ ਵਿੱਚ ਜਿਹੜੀ ਹੈ ਉਹ ਇਹਦੀ ਬਹੁਤ ਕੰਡੈਮਨੇਸ਼ਨ ਕੀਤੀ, ਨਿੰਦਿਆ ਕੀਤੀ, ਜਿਹਦੇ ਨਾਲ ਇਹਨਾਂ ਦਾ ਯੂਰਪ ਵਿੱਚ ਪੜ੍ਹਿਆ ਜਾਣਾ ਜ਼ਰਾ ਘੱਟ ਹੋ ਗਿਆ। ਪਰ ਫਿਰ ਵੀ ਇਹਨਾਂ ਨੂੰ ਬਹੁਤ ਲੋਕ ਪੜ੍ਹਦੇ ਸਨ। ਇਹਨਾਂ ਨੇ ਹੋਰ ਵੀ ਕਈ ਕਿਤਾਬਾਂ ਲਿਖੀਆਂ ਜਿਨ੍ਹਾਂ ਦੇ ਵਿੱਚ ਦ ਟਾਈਮ on the heavenly spheres, on the motion of heavenly sphere ਤੇ ਅਲ-ਫਰਾਬੀ ਤੇ ਅਬੀਸੀਨਾ ਤੇ ਤਨਕੀਦ ਦੀ ਕਿਤਾਬ ਵੀ ਸੀਗੀ ਜਿਹੜੀ ਕਿ ਉਹਨਾਂ ਨੇ ਇੱਕ ਕਿਤਾਬ ਲਿਖੀ ਤੋਹਫਤੁਲ ਤਹਾਫਤ ਜਿਹੜੀ ਕਿ ਗਜ਼ਾਲੀ ਦੀ ਜਿਹੜੀ ਮਸ਼ਹੂਰ ਕਿਤਾਬ ਸੀ ਇਨਕੋਹਰੈਂਸ ਆਫ ਫਿਲਾਸਫੀ ਦੇ ਵਿੱਚ ਉੱਤੇ ਜਿਹੜੀ ਉਹਨਾਂ ਲਿਖੀ ਸੀ ਉਹਦੇ ਜਵਾਬ 'ਚ ਤਾਂ ਲਿਖਿਆ ਇਨਕੋਹਰੈਂਸ ਆਫ ਇਨਕੋਹਰੈਂਸ ਤੇ ਉਹਦੇ ਜਵਾਬ ਵਿੱਚ ਲਿਖੀ ਗਈ। ਅੱਛਾ, ਇਬਨ ਰੁਸ਼ਦ ਨੇ ਇਸਲਾਮੀ ਫਲਸਫਿਆਨਾ ਰੀਤ ਵਿੱਚ ਅਰਸਤੂਇਜ਼ਮ ਦੇ ਬਾਰੇ 'ਚ ਲਿਖਦਿਆਂ ਅਲ-ਫਰਾਬੀ ਵਗੈਰਾ 'ਤੇ ਬੜੀ ਟੋਕੀ ਸੀ। ਉਸ ਦਾ ਵਿਚਾਰ ਸੀ ਜੋ ਅਲ-ਫਰਾਬੀ ਵਗੈਰਾ ਨੇ ਨੌਫਲਾਤੂਨੀ ਨਜ਼ਰੀਏ ਜਿਹੜੇ ਸਨ ਉਹਨਾਂ ਦੇ ਅਸਰ ਹੇਠ ਅਰਸਤੂ ਨੂੰ ਵਿਗਾੜ ਦਿੱਤਾ ਹੈ
ਅੱਛਾ, ਉਸ ਨੇ ਧਿਆਨ ਦਿਵਾਇਆ ਜੋ ਵਿਚਾਰਾਂ ਦੇ ਨਜ਼ਰੀਏ ਤੇ ਅਰਸਤੂ ਤੇ ਯਾਨੀ ਅਫਲਾਤੂਨੀਆਂ ਦਾ ਤੇ ਅਰਸਤੂ ਦਾ ਬਹੁਤ ਮੁੱਢਲਾ ਰੱਖਿਆ ਨੇ। ਉਹਨੇ ਅਬੀਸੀਨਾ ਤੇ ਵੀ ਤਨਕੀਦ ਕੀਤੀ, ਜੋ ਉਹਦੀ ਜਿਹੜੀ ਨਜ਼ਰੀਆ ਹੈਗਾ ਐਮਨੇਸ਼ਨ ਦਾ, ਜ਼ਹੂਰ ਦਾ, ਉਹ ਅਰਸਟੋਟਲ ਵਿੱਚ ਕਿਤੇ ਨਹੀਂ ਮਿਲਦਾ। ਤੇ ਉਹਨੇ ਅਬੀਸੀਨਾ ਦੀ ਇਸ ਜਿਹੜੀ ਦਲੀਲ ਸੀ, ਇਹਨੂੰ ਵੀ ਉਹਨੇ ਰੱਦਿਆ ਕਿ ਜਿਹੜੀ ਵਜੂਦ ਜਾਂ ਹਸਤੀ ਹੈ ਉਹ ਹਾਦਸਾ ਹੁੰਦੀ ਹੈ। ਤੁਸੀਂ ਯਾਦ ਹੋਏਗਾ ਕਿ ਅਸੀਂ ਜਦੋਂ ਅਬੀਸੀਨਾ ਦੀ ਗੱਲ ਕੀਤੀ ਸੀ ਤਾਂ ਅਸੀਂ ਕਿਹਾ ਸੀ ਕਿ ਵਜੂਦ ਜਿਹੜਾ ਹੈ ਉਹ ਹਾਦਸਾ ਹੁੰਦਾ ਹੈ ਤੇ ਉਹ ਮੁੱਕ ਜਾਂਦਾ ਤੇ ਤੱਤ ਵੱਲ ਆ ਜਾਂਦਾ ਹੈ। ਲੇਕਿਨ ਉਹਦੇ ਖਿਲਾਫ ਦਲੀਲ ਦਿੰਦਿਆਂ ਇਬਨੇ ਰੁਸ਼ਦ ਨੇ ਹੁਣ ਇਹ ਕਿਹਾ ਕਿ ਹਰ ਸ਼ੈ ਦੀ ਹਸਤੀ ਹੁੰਦੀ ਹੈ ਤੇ ਉਸ ਦਾ ਤੱਤ ਹੁੰਦਾ ਹੈ। ਉਸ ਨੇ ਅਬੀਸੀਨਾ ਦੀ ਇਸ ਦਲੀਲ ਨੂੰ ਵੀ ਰੱਦ ਕੀਤਾ ਕਿ ਖੁਦਾ ਜਿਹੜਾ ਹੈ ਉਹ ਲਾਜ਼ਮ ਕਾਰਨ ਹੈ, ਜਿਹਨੂੰ ਨੈਸੈਸਰੀ ਕੀ ਕਹਿੰਦੇ ਨੇ, ਨੈਸੈਸਰੀ ਕਾਜ਼ ਜਿਹੜਾ ਜਿਹਨੂੰ ਕਿਹਾ ਜਾਂਦਾ ਹੈ। ਅੱਛਾ ਜੀ, ਜਿਹੜਾ ਗਜ਼ਾਲੀ ਦੇ ਫਲਸਫੇ ਦੇ ਖਿਲਾਫ ਦਲੀਲਾਂ ਦਾ ਜ਼ਿਕਰ ਅਸੀਂ ਕਰ ਚੁੱਕੇ ਹਾਂ, ਜਿਸ ਤੇ ਇਬਨ ਰੁਸ਼ਦ ਨੂੰ ਤਨਕੀਦ ਕਰਦਿਆਂ ਕਹਿੰਦਾ ਹੈ, ਜੋ ਉਹ ਯਾਨੀ ਇਬਨ ਰੁਸ਼ਦ ਕਹਿੰਦਾ ਹੈ ਜੋ ਹਕੀਕਤ ਜਾਂ ਸੱਚਾਈ ਦੇ ਵੱਲ ਪੁੱਜਣ ਲਈ ਜਿਹੜਾ ਫਲਸਫਾ ਹੈ ਉਹ ਇੱਕ ਢੰਗ ਹੈ। ਮਤਲਬ ਜਿਹੜੇ ਹਕੀਕਤ ਤੱਕ ਪਹੁੰਚਣ ਦੇ ਜਿਹੜੇ ਢੰਗ ਨੇ ਉਹ ਕਈ ਨੇ। ਮਤਲਬ ਉਹ ਵਹੀ ਦੇ ਜ਼ਰੀਏ ਵੀ ਪਹੁੰਚਿਆ ਜਾ ਸਕਦਾ ਹੈ ਤੇ ਉਹ ਜਿਹੜਾ ਹੈ ਉਹ ਫਲਸਫੇ ਦੇ ਜ਼ਰੀਏ ਵੀ ਪਹੁੰਚਿਆ ਜਾ ਸਕਦਾ। ਉਹ ਕੁਰਾਨ ਦੀ ਆਇਤ ਤੋਂ ਸਬੂਤ ਦਿੰਦਾ ਹੈ, ਜੋ ਅਜਿਹੀ ਤਫਸੀਰ ਜਿਹੜੀ ਹੈ, ਕੁਰਾਨ ਦੀ ਤਫਸੀਰ ਜਿਹੜੀ ਹੈ ਉਹ ਇਲਮ ਵਿੱਚ ਖੁੱਬੇ ਬੰਦਿਆਂ ਨੂੰ ਕਰਨੀ ਚਾਹੀਦੀ ਹੈ। ਮਤਲਬ ਇਹ ਕੰਮ ਫਲਸਫੀਆਂ ਦਾ ਹੈ ਜਿਹੜੇ ਸਾਰੀ ਉਮਰ ਇਲਮ ਦੇ ਵਿੱਚ ਗੁਜ਼ਾਰਦੇ ਨੇ। ਉਹ ਕੁਰਾਨ ਤੋਂ ਹੀ ਸਬੂਤ ਦਿੰਦਾ ਹੈ ਕਿ ਇਸ ਮੁਸਲਮਾਨਾਂ ਨੂੰ ਫਲਸਫਾ ਪੜ੍ਹਨਾ ਚਾਹੀਦਾ ਹੈ, ਕਿਉਂ ਜੋ ਇਹਦੇ ਨਾਲ ਕਾਦਰ ਬਾਰੇ ਯਾਨੀ ਖੁਦਾ ਦੇ ਬਾਰੇ ਇਲਮ ਵੱਧਦਾ ਹੈ। ਉਹ ਕਹਿੰਦਾ ਹੈ ਕਿ ਖੁਦਾ ਨੇ ਖੁਦ ਕਿਹਾ ਹੈ ਜੋ ਫਿਤਰਤ ਜਿਹੜੀ ਹੈ, ਖੁਦ ਨੇਚਰ ਜਿਹੜੀ ਹੈ, ਉਹਦੇ ਉੱਤੇ ਗੌਰ ਤੇ ਵਿਚਾਰ ਕਰੋ। ਇਹਦਾ ਤੁਹਾਨੂੰ ਸ਼ਾਇਦ ਅੰਦਾਜ਼ਾ ਹੀ ਹੋਏਗਾ ਕਿ ਇਸਲਾਮ ਦੇ ਕੁਰਾਨ ਦੇ ਵਿੱਚ ਬਹੁਤ ਬਾਰ ਫਿਤਰਤ ਦੇ ਮੁਖਤਲਿਫ ਮੁਜ਼ਾਹਰਾਂ ਦਾ ਜ਼ਿਕਰ ਹੁੰਦਾ ਹੈ ਤੇ ਉਹ ਕਿਹਾ ਜਾਂਦਾ ਹੈ ਕਿ ਤੁਸੀਂ ਇਹਨਾਂ ਤੇ ਗੌਰ ਕਰੋ, ਤੁਸੀਂ ਦੇਖਦੇ ਨਹੀਂ ਹੋ ਕਿਵੇਂ ਛਾਂ ਜਿਹੜੀ ਧੁੱਪ ਜਿਹੜੀ ਹੈ ਉਹ ਛਾਂ 'ਚ ਢਲਦੀ ਹੈ ਵਗੈਰਾ ਵਗੈਰਾ। ਇਹ ਜਿਹੜੀ ਹੈ ਇਹ ਗੱਲ ਇਹ ਇਬਨ ਰੁਸ਼ਦ ਨੇ ਪਹਿਲੀ ਵਾਰੀ ਕਹੀ ਸੀ ਔਰ ਇਹ ਗੱਲ ਸਹੀ ਹੈਗੀ ਹੈ। ਇਬਨ ਰੁਸ਼ਦ ਦਾ ਕਹਿਣਾ ਹੈ ਕਿ ਜਿਹੜਾ ਸੱਚਾਈ ਦਾ ਬਿਆਨ ਹੁੰਦਾ ਤਿੰਨ ਤਰ੍ਹਾਂ ਹੁੰਦਾ, ਇੱਕ ਤੇ ਖਿਤਾਬਤ ਹੈ ਤੇ ਦੂਜਾ ਜਦਲੀਆਤ ਹੈ ਜਾਂ ਮੁਨਾਜ਼ਰਾ ਹੈ ਤੇ ਤੀਜਾ ਇਸਤਖਰਾਜ ਹੈ ਜਾਂ ਜਿਹਨੂੰ ਅਸੀਂ ਮੰਤਕ ਕਹਿੰਦੇ ਹਾਂ। ਉਹ ਕਹਿੰਦਾ ਕਿ ਜਿਹੜੀ ਇਸਲਾਮ ਹੈ, ਇਸਲਾਮ ਜਿਹੜਾ ਉਹਨੇ ਜਿਹੜਾ ਇਸਲਾਮ ਨੂੰ ਫੈਲਾਉਣ ਲਈ ਜਿਹੜਾ ਢੰਗ ਵਰਤਿਆ ਗਿਆ ਉਹ ਵਾਅਜ਼ ਦਾ ਸੀਗਾ, ਖਿਤਾਬਤ ਦਾ ਸੀ। ਤੇ ਲੇਕਿਨ ਇਹ ਹੈ ਕਿ ਜਿਹੜੇ ਫਲਸਫੀ ਨੇ ਜਿਹੜਾ ਕਿ ਤੀਜਾ ਢੰਗ ਹੈ ਇਸਤਖਰਾਜੀ ਮੰਤਕ ਜਿਹੜੀ ਹੈ ਉਹਨੂੰ ਵਰਤਦੇ ਨੇ। ਤੇ ਉਹਦਾ ਕਹਿਣਾ ਇਹ ਹੈ ਕਿ ਅਸਲ ਦੇ ਵਿੱਚ ਇਹ ਦੋਵੇਂ ਢੰਗ ਜਿਹੜੇ ਹੈਗੇ ਨੇ ਉਹ ਇੱਕ ਹੀ ਨਤੀਜੇ ਤੱਕ ਪਹੁੰਚਣ ਲਈ ਵਰਤੇ ਜਾਂਦੇ ਨੇ। ਮਤਲਬ ਫਲਸਫੇ ਦੇ ਵਿੱਚ ਤੇ ਮਜ਼ਹਬ ਦੇ ਵਿੱਚ ਕੋਈ ਪਾੜ ਨਹੀਂ ਹੈਗਾ। ਤੇ ਇਹਦਾ ਇਹ ਵੀ ਕਹਿਣਾ ਸੀ ਕਿ ਜਿਹੜਾ ਸਾਰੀ ਜਹਾਨ ਹੈ, ਸੂਰਜ, ਚੰਦ, ਦਰਿਆ, ਸਮੁੰਦਰ, ਇਹ ਇਨਸਾਨ ਨੂੰ ਪਾਲਣ ਲਈ ਬਣਾਇਆ ਗਿਆ ਹੈ ਤੇ ਇਸ ਤੋਂ ਜ਼ਾਹਰ ਹੁੰਦਾ ਹੈ ਜੋ ਇੱਕ ਕਾਦਰ ਹੈ ਜਿਸ ਨੇ ਇਹ ਸਭ ਕੁਝ ਇਨਸਾਨਾਂ ਲਈ ਬਣਾਇਆ ਹੈ। ਇਜਾਦ ਕਰਨ ਦੇ ਸਬੂਤ ਵਿੱਚ ਉਹ ਕਹਿੰਦਾ ਹੈ ਜੋ ਜਾਨਵਰ ਤੇ ਫਲ ਬੂਟੇ ਵੀ ਇਜਾਦ ਕੀਤੇ ਗਏ ਹਨ। ਇਸ ਤੋਂ ਉਹ ਇਹ ਨਤੀਜਾ ਕੱਢਦਾ ਹੈ ਜੋ ਇਸ ਦੇ ਬਣਾਉਣ ਵਾਲਾ ਕੋਈ ਹੈ। ਇਹ ਜਿਹੜੀ ਇਬਨ ਰੁਸ਼ਦ ਦੀ ਦਲੀਲ ਹੈ ਇਹਨੂੰ ਮਕਸਦੀ ਜਾਂ ਟੈਲੀਓਲॉजिकल ਕਿਹਾ ਜਾਂਦਾ ਹੈ। ਮਤਲਬ ਇਹਨੂੰ ਇੰਝ ਸਮਝੋ ਕਿ ਇਹਨੂੰ ਕੋਸਮੋਲॉजिकल ਨਹੀਂ ਮੰਨਿਆ ਜਾਂਦਾ। ਮਤਲਬ ਇਹ ਸਮਝੋ ਕਿ ਅਸੀਂ ਇਹ ਕਹਿੰਦੇ ਹਾਂ ਕਿ ਯਾਰ ਇਹ ਜਿਹੜੀ ਸਾਰੇ ਜਹਾਨ ਹੈ, ਸਾਰੀ ਜਿਹੜੀ ਨੇਚਰ ਹੈ, ਜੋ ਕੁਝ ਬਣਿਆ ਹੈ ਸਾਡੇ ਸਾਹਮਣੇ, ਇਹ ਆਖਿਰ ਇਹਦਾ ਕੋਈ ਮਕਸਦ ਹੋਏਗਾ ਨਾ, ਇਹਦਾ ਕੋਈ ਬਣਨ ਦਾ ਕੋਈ ਵਜ੍ਹਾ ਹੋਏਗੀ ਨਾ, ਤੇ ਉਹ ਬਣਾਉਣ ਵਾਲਾ ਵੀ ਫਿਰ ਕੋਈ ਹੋਏਗਾ।
इसलिए ਇਹਨੂੰ मकसदियत या टीलियोलॉजिकल आर्गूमेंट किया जाता है। अच्छा जी, मुसलमान फलसफियां दे विच जहान दे जिहड़ी सिरजना हुई, तखलीक हुई, उस मसले ते भी बड़ी बहस हुई है। अबीसीना ते अल फराबी ਜਿਹੜੇ ਸਨ ਉਹ ਇਹ ਕਹਿੰਦੇ ਸਨ ਕਿ ਜਹਾਨ ਜਿਹੜਾ ਉਹ ਸਦਾ ਤੋਂ ਕਾਇਮ ਹੈ, ਸਰਜਿਆ ਨਹੀਂ ਗਿਆ। ਪਰ ਅਲ ਅਸ਼ਰੀਆ ਤੇ ਵਾਲੇ ਤੇ ਇਮਾਮ ਗਜ਼ਾਲੀ ਕਹਿੰਦੇ ਸਨ ਕਿ ਇਸ ਤਰ੍ਹਾਂ ਸਮਝਣਾ ਕੁਫਰ ਹੈ। ਤੇ ਲੇਕਿਨ ਇਬਨੇ ਰੁਸ਼ਦ ਨੇ ਗਜ਼ਾਲੀ ਨੂੰ ਰੱਦ ਕਰਦਿਆਂ ਕਿਹਾ ਜੋ ਜਹਾਨ ਸਦਾ ਤੋਂ ਹੈ, ਪਰ ਉਹਨੂੰ ਇੱਕ ਸੂਰਤ ਵਿੱਚ ਇਸ ਖਾਸ ਵਕਤ ਤੇ ਘੜਿਆ ਗਿਆ। ਉਸ ਨੇ ਕੁਰਾਨ ਵਿੱਚੋਂ ਸਬੂਤ ਜਿਨ੍ਹਾਂ ਦੇ ਮੁਤਾਬਕ ਅਰਸ਼ ਤੇ ਪਾਣੀ ਜਿਹੜੇ ਨੇ ਉਹ ਸਦਾ ਤੋਂ ਹੈ ਨੇ। ਅੱਛਾ ਜੀ, ਜਿਹੜਾ ਇਬਨ ਰੁਸ਼ਦ ਸੀ ਉਹਨੇ ਵੀ ਅਫਲਾਤੂਨ ਦੀ ਖਿਆਲੀ ਰਿਆਸਤ ਦੇ ਮਾਡਲ ਨੂੰ ਮੰਨਿਆ, ਪਰ ਉਹਨੇ ਫਰਕ ਇਹ ਕੀਤਾ ਜੋ ਇਹ ਰਿਆਸਤ ਸ਼ਰੀਅਤ ਦੇ ਮੁਤਾਬਕ ਚੱਲਣੀ ਚਾਹੀਦੀ ਹੈ ਤੇ ਉਹਨੇ ਬਾਕੀਆਂ ਤੋਂ ਜਿਹੜੀ ਵੱਖਰੀ ਗੱਲ ਕੀਤੀ, ਜਿਹੜੀ ਬਾਕੀ ਮੁਸਲਮਾਨ ਫਲਸਫਿਆਂ ਨੇ ਨਹੀਂ ਸੀ ਕੀਤੀ, ਉਹ ਇਹ ਕੀਤੀ ਜੋ ਇਹ ਜਿਹੜੇ ਹਕੂਮਤ ਜਾਂ ਬਾਕੀ ਜਿਹੜੇ ਕੰਮਕਾਰ ਨੇ ਉਹਨਾਂ ਵਿੱਚ ਔਰਤ ਨੂੰ ਵੀ ਬਰਾਬਰ ਦਾ ਹਿੱਸੇਦਾਰ ਬਣਾਉਣਾ ਚਾਹੀਦਾ। ਇਹ ਗਾਲਬ ਨੇ ਇਹ ਇਹਨਾਂ ਦੀ ਬਹੁਤ ਖਾਸ ਗੱਲ ਸੀਗੀ। ਔਰ ਉਹਨਾਂ ਨੇ ਇਹ ਕਿਹਾ ਕਿ ਹਾਕਮ ਦੀਆਂ ਜਿਹੜੀਆਂ ਸਿਫਤਾਂ ਨੇ ਉਹ ਇਹ ਹੋਣੀਆਂ ਚਾਹੀਦੀਆਂ ਨੇ ਕਿ ਉਹਦੇ ਵਿੱਚ ਇਲਮ ਦੀ ਚਾਹ ਹੋਵੇ, ਚੰਗੀ ਯਾਦਦਾਸ਼ਤ ਹੋਵੇ, ਮੈਮੋਰੀ ਹੋਵੇ, ਤੇ ਸਿੱਖਣ ਤੇ ਸੱਚ ਜਾਣਨ ਦੀ ਤਾਂਘ ਹੋਵੇ, ਤੇ ਜਿਨਸੀ ਤੇ ਦੌਲਤ ਇਕੱਠਾ ਕਰਨ ਦੇ ਨਾਲ ਉਹਦਾ ਵੈਰ ਹੋਵੇ, ਤਾਂ ਉਹ ਚੰਗਾ ਹਾਕਮ ਬਣ ਸਕਦਾ ਹੈ। ਤੇ ਜੇ ਇਹ ਸਾਰੀਆਂ ਜਿਹੜੀਆਂ ਸਿਫਤਾਂ ਨੇ ਜੇ ਇਹ ਔਰਤ ਵਿੱਚ ਵੀ ਹੋਣ ਤੇ ਉਹ ਵੀ ਜਿਹੜੀ ਆ ਉਹ ਹਾਕਮ ਬਣ ਸਕਦੀ ਹੈ। ਅੱਛਾ, ਉਹਨਾਂ ਨੇ ਇਬਨ ਰੁਸ਼ਦ ਨੇ ਅਰਸਤੂ ਦੇ ਨਜ਼ਰੀਏ ਨੂੰ ਮੰਨਦਿਆਂ ਹੀ ਜਿਹੜੀ ਫਲਕੀਆਤ ਹੈ ਉਹਦੇ ਬਾਰੇ ਵਿੱਚ ਕਿਹਾ ਕਿ ਜਿਹੜੀ ਸਾਰੀਆਂ ਚੀਜ਼ਾਂ ਨੇ ਇਕਸਾਰ ਜ਼ਮੀਨ ਦੇ ਦੁਆਲੇ ਘੁੰਮਦੀਆਂ ਨੇ। ਉਸ ਦਾ ਇਹ ਵੀ ਕਹਿਣਾ ਸੀ ਜੋ ਚੰਦ ਤੇ ਘਸਮੈਲੇ ਦਾਗ ਇਸ ਲਈ ਹਨ ਜੋ ਉਹਦੇ ਮੋਟੇ ਹਿੱਸਿਆਂ ਤੇ ਰੋਸ਼ਨੀ ਵੱਧ ਪੈਂਦੀ ਹੈ ਤੇ ਪਤਲੇ ਹਿੱਸਿਆਂ ਤੇ ਘੱਟ। ਇਹ ਪਤਲੇ ਹਿੱਸੇ ਘੱਟ ਰੋਸ਼ਨੀ ਦੀ ਵਜ੍ਹਾ ਤੋਂ ਦਾਗਾਂ ਦੀ ਸੂਰਤ ਵਿੱਚ ਨਜ਼ਰ ਆਉਂਦੇ ਨੇ। ਉਹਨੇ ਅਰਸਤੂ ਦੀ ਤਰ੍ਹਾਂ ਜਿਹੜਾ ਸੀ ਉਹ ਆਪਣਾ ਫਲਕੀਆਤ ਨੂੰ ਜਿਹੜਾ ਹੈ ਉਹਨੇ ਤਬੀਅਤ ਦੇ ਨਾਲ ਜੋੜਿਆ, ਤੇ ਉਹਨੇ ਜਿਹੜਾ ਬਾਅਦ ਦੇ ਵਿੱਚ ਅਲ ਬੈਰੂਨੀ ਨੇ ਦੇ ਜਿਹੜਾ ਇੰਡਕਸ਼ਨ ਦਾ ਫਲਸਫਾ ਸੀ ਉਹਨੂੰ ਵੀ ਜਿਹੜਾ ਹੈ ਉਹਦਾ ਵੀ ਰੱਦ ਕੀਤਾ। ਲਹਿੰਦੇ ਵਿੱਚ ਇਬਨ ਰੁਸ਼ਦ ਦੀ ਜਿਵੇਂ ਪਹਿਲੇ ਕਿਹਾ ਗਿਆ ਬੜੀ ਧੁੰਮ ਸੀ। ਉਹਨੂੰ ਅਰਸਤੂ ਦਾ ਸਭ ਤੋਂ ਵੱਡਾ ਜਿਵੇਂ ਕਿਹਾ ਗਿਆ ਤਫਸੀਰਕਾਰ ਮੰਨਿਆ ਜਾਂਦਾ ਸੀ। ਮਸ਼ਹੂਰ ਸ਼ਾਇਰ ਜਿਹੜਾ ਦਾਂਤੇ ਹੈ ਉਹ ਆਪਣੀ ਡਿਵਾਈਨ ਕਾਮੇਡੀ ਦੇ ਵਿੱਚ ਇਹ ਲਿਖਦਾ ਹੈ ਜੋ ਇਬਨ ਰੁਸ਼ਦ ਸਭ ਤੋਂ ਵੱਡਾ ਤਬਸਰਾਕਾਰ ਸੀ। ਜੈਫਰੀ ਚੌਸਰ ਨੇ ਵੀ ਆਪਣੀ ਕੈਂਟਰਬਰੀ ਟੇਲਜ਼ ਵਿੱਚ ਉਹਨੂੰ ਯੂਰਪ ਦਾ ਸਭ ਤੋਂ ਵੱਡਾ ਤਬੀਬ ਮੰਨਿਆ ਹੈ। ਇਸ ਤਰ੍ਹਾਂ ਦਰਜਨਾਂ ਫਨਕਾਰਾਂ ਨੇ ਉਸ ਨੂੰ ਯੂਰਪ ਦਾ ਉੱਘਾ ਤੇ ਜਿਹੜਾ ਪਾਇਨੀਅਰਿੰਗ ਜਾਂ ਅਵਲੀਅਤ ਵਾਲਾ ਜਿਹੜਾ ਫਿਲਾਸਫਰ ਹੈ ਜਾਂ ਸੂਝਵਾਨ ਹੈ ਉਹ ਮੰਨਿਆ ਹੈ। ਅੱਜ ਅਸੀਂ ਗੱਲ ਇੱਥੇ ਖਤਮ ਕਰਾਂਗੇ ਤੇ ਹੁਣ ਅਗਲੀ ਵਾਰੀ ਅਸੀਂ ਫਿਰ ਇਹਨੂੰ ਮੁਸਲਮਾਨ ਫਲਸਫੇ ਦੇ ਉੱਤੇ ਗੱਲ ਜਿਹੜੀ ਆ ਉਹਨੂੰ ਅਸੀਂ ਖਤਮ ਕਰ ਦਿਆਂਗੇ।